ਗੁਰੂ ਨਾਨਕ ਦੇਵ ਜੀ ਦੇ ਸਮੇਂ ਓਅੰਕਾਰ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ ਗੁਰੂਕੁਲਾਂ ਦੇ ਵਿੱਚ। ਤੇ ਗੁਰੂ ਨਾਨਕ ਦੇਵ ਜੀ ਨੇ ਵੀ ਓਅੰਕਾਰ ਸਿਰਲੇਖ ਹੇਠ ਉਪਦੇਸ਼ ਵੀ ਦਿੱਤਾ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ, ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਰੇ, ਓਨਮ ਅੱਖਰ ਸੁਣਹੁ ਵਿਚਾਰ, ਓਨਮ ਅੱਖਰ ਤਿਰ ਭਵਨ ਸਾਰ। ਗੁਰੂ ਸਾਹਿਬ ਜੀ ਕਹਿੰਦੇ ਹਨ ਵੀ ਤੁਸੀਂ ਕਹਿੰਦੇ ਹੋ ਵੀ ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ। ਓਅੰਕਾਰ ਸੈਲ ਯੁਗ ਭਏ, ਯੁਗ ਬਣੇ ਹਨ। ਓਅੰਕਾਰ ਦੁਆਰਾ ਹੀ ਵੇਦ ਨਿਰਮਿਤ ਹੋਏ ਹਨ ਤੇ ਓਅੰਕਾਰ ਹੀ ਬ੍ਰਹਮਾ ਨੇ ਚਿੱਤ ਵਿੱਚ ਰੱਖਿਆ ਸੀ। ਓਅੰਕਾਰ ਸ਼ਬਦ ਦੁਆਰਾ ਬਹੁਤੇ ਗੁਰਮੁਖ ਤਰੇ ਵੀ ਹਨ ਤੇ ਓਨਮ ਅੱਖਰ ਸੁਣਹੁ ਵਿਚਾਰ, ਓਨਮ ਅੱਖਰ ਤਿਰ ਭਵਨ ਸਾਰ। ਇਹ ਤੇ ਤੁਹਾਡੀ ਵਿਚਾਰ ਖਿਆਲ ਵਿੱਚ ਆ ਗਈ ਹੈ ਕਿ ਤਿੰਨਾਂ ਭਵਨਾਂ ਦਾ ਸਾਰ ਹੈ ਓਮ ਅੱਖਰ। ਭਾਵ ਕਿ ਇਹ ਜੋ ਕੁਛ ਵੀ ਤਿੰਨ ਭਵਨਾਂ ਦੇ ਵਿੱਚ ਦਿਖ ਰਿਹਾ ਹੈ, ਸੁਣ ਰਿਹਾ ਹੈ, ਮਹਿਸੂਸ ਹੋ ਰਿਹਾ ਹੈ, ਤੁਸੀਂ ਦੱਸ ਰਹੇ ਹੋ, ਇਹ ਸਾਰਾ ਕੁਝ ਬਣਿਆ ਹੈ ਓਮ ਤੋਂ। ਤੁਸੀਂ ਇਹੋ ਹੀ ਦੱਸਦੇ ਹੋ ਨਾ, ਪੰਡ ਇਹੋ ਹੀ ਦੱਸਦੇ ਸਨ ਓਮ ਤੋਂ ਕਿਵੇਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਦੇਵਤੇ ਬਣੇ ਹਨ, ਵੇਦ ਬਣੇ ਹਨ ਤੇ ਓਮ ਦੀ ਬਹੁਤ ਮਹਿਮਾ ਲਿਖੀ ਹੋਈ ਹੈ ਸ਼ਾਸਤਰਾਂ ਦੇ ਵਿੱਚ ਵੀ। ਤੇ ਉਹੋ ਹੀ ਮਹਿਮਾ ਅੱਗੇ ਤੋਂ ਅੱਗੇ ਸੁਣਾ ਰਹੇ ਸਨ, ਪੜ੍ਹਾ ਰਹੇ ਸਨ। ਪਰ ਗੁਰੂ ਸਾਹਿਬ ਜੀ ਕਹਿੰਦੇ ਹਨ ਵੀ ਇਹਨੂੰ ਪੜ੍ਹਾਉਣ ਤੇ ਸੁਣਾਉਣ ਦੇ ਨਾਲ ਕੀ ਹੋਊਗਾ, ਇਹਦੇ ਤੁਸੀਂ ਅਰਥ ਵੀ ਕਰੀ ਜਾਓਗੇ ਓਮ ਅੱਖਰ ਦੇ ਤੇ ਅਰਥ ਗਾਂ ਯਾਦ ਵੀ ਕਰ ਲੈਣਗੇ ਬੱਚੇ, ਕੰਠ ਵੀ ਕਰ ਲੈਣਗੇ, ਜਿਵੇਂ ਅਜੋਕੇ ਸਮੇਂ 'ਚ ਵੀ ਕਰਦੇ ਹੀ ਹਨ ਨਾ। ਗੁਰਬਾਣੀ ਦੇ ਅਰਥ ਕੰਠ ਕਰਾਏ ਜਾਂਦੇ ਹਨ, ਸਿੱਖ ਕਰਾਉਂਦੇ ਹਨ, ਗੁਰਬਾਣੀ ਕੰਠ ਕਰਾਉਂਦੇ ਹਨ। ਕਹਿੰਦੇ ਹਨ ਸਭ ਕੁਛ ਕੰਠ ਹੋਣਾ ਚਾਹੀਦਾ। ਬਹੁਤੇ ਤੇ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਕਿੰਨੇ ਹਨ, ਕਿੰਨਿਆਂ ਭਗਤਾਂ ਦੀ ਬਾਣੀ ਹੈ, ਕਿੰਨਿਆਂ ਸਿੱਖਾਂ ਦੀ ਬਾਣੀ ਹੈ, ਕਿੰਨਿਆਂ ਗੁਰੂਆਂ ਦੀ ਬਾਣੀ ਹੈ, ਉਹ ਸਾਰਾ ਕੁਛ ਵੀ ਯਾਦ ਕਰਦੇ ਹਨ। ਕਿੰਨੇ ਰਾਗ ਹਨ, ਬਹੁਤ ਕੁਛ ਕਈਆਂ ਨੇ ਰਿਪੀਟ ਕਰਦੇ ਹਨ, ਯਾਦ ਕਰਦੇ ਹਨ। ਤੇ ਇਹ ਸਾਰਾ ਕੁਛ ਵੀ ਤੁਸੀਂ ਯਾਦ ਕਰ ਲਓ। ਕਿੰਨੇ ਸ਼ਬਦ ਹਨ, ਕਈ ਤਾਂ ਇੱਥੋਂ ਤੱਕ ਵੀ ਲਿਖਦੇ ਹਨ ਕਿੰਨੀ ਵਾਰ ਰਾਮ ਅੱਖਰ ਆਇਆ ਹੈ, ਕਿੰਨੀ ਵਾਰ ਵਾਹਿਗੁਰੂ ਅੱਖਰ ਆਇਆ ਹੈ, ਕਿੰਨੀ ਵਾਰ ਅੱਲਾ ਅੱਖਰ ਆਇਆ ਹੈ। ਦੱਸੋ ਇਹਨਾਂ ਨੂੰ ਵੀ ਤੁਸੀਂ ਯਾਦ ਕਰਕੇ ਕੀ ਕਰੋਗੇ? ਇਹਦਾ ਕੋਈ ਲਾਭ ਥੋੜ੍ਹੀ ਹੈ। ਅੱਖਰਾਂ ਨੂੰ ਤੁਸੀਂ ਯਾਦ ਕਰ ਲਓ, ਫਿਰ ਅੱਖਰਾਂ ਦੇ ਤੁਸੀਂ ਅਰਥ ਵੀ ਕਰ ਲਓ, ਅਰਥਾਂ ਨੂੰ ਯਾਦ ਕਰੀ ਜਾਓ, ਦਿਮਾਗ ਦੇ ਵਿੱਚ ਰਿਪੀਟ ਕਰੀ ਜਾਓ, ਉਹਦੇ ਨਾਲ ਕੋਈ ਉਪਲਬਧੀ ਥੋੜ੍ਹੀ ਹੋ ਜਾਣੀ। ਇਹੋ ਹੀ ਧਾਰਮਿਕ ਜਗਤ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਪੰਡਿਤ ਹਨ ਨਾ, ਉਲਝਾ ਦਿੰਦੇ ਹਨ ਬਾਹਰ ਸ਼ਬਦਾਂ ਦੇ ਵਿੱਚ, ਅੱਖਰਾਂ ਦੇ ਵਿੱਚ, ਅਰਥਾਂ ਦੇ ਵਿੱਚ, ਤੇ ਅਰਥ ਹੀ ਯਾਦ ਕਰੀ ਜਾਂਦੇ ਹਨ ਲੋਕ।
ਤੇ ਆਪ ਵੀ ਉਲਝੇ ਹੋਏ ਹਨ, ਦੂਸਰਿਆਂ ਨੂੰ ਉਲਝਾ ਰਹੇ ਹਨ। ਤੇ ਇੱਦਾਂ ਹੀ ਉਸ ਸਮੇਂ ਪੰਡਿਤ ਕਰ ਰਹੇ ਸਨ। ਸ਼ਾਸਤਰ ਯਾਦ ਕਰ ਕਰਕੇ ਉਹਨਾਂ ਦੇ ਅਰਥ ਗਾਂ ਪੜ੍ਹਾ ਰਹੇ ਸਨ ਵੀ ਯਾਦ ਕਰੀ ਜਾਓ, ਫਿਰ ਤੁਸੀਂ ਗਾਹਾਂ ਅਗਲਿਆਂ ਨੂੰ ਪੜ੍ਹਾਉਣਾ ਹੈ ਤੇ ਉਹ ਯਾਦ ਕਰੀ ਜਾਣਗੇ। ਤੇ ਅੱਖਰਾਂ ਨੂੰ ਯਾਦ ਕਰਕੇ ਕੁਛ ਉਪਲਬਧੀ ਥੋੜ੍ਹੀ ਹੋ ਜਾਣੀ। ਗੁਰੂ ਸਾਹਿਬ ਜੀ ਕਹਿੰਦੇ ਹਨ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲ। ਇਹ ਜੰਜਾਲ ਕੀ ਕਰਨ ਨੂੰ ਲਿਖ ਰਿਹਾ? ਜੰਜਾਲ ਹੀ ਹੈ ਨਾ, ਸ਼ਬਦਾਂ ਦੇ ਜਾਲ ਦੇ ਵਿੱਚ ਪਿਆ ਹੋਇਆ ਹੈ। ਤੇ ਗੁਰਮੁਖ ਬਣ, ਗੁਰੂ ਦੇ ਸਨਮੁਖ ਬੈਠ, ਗੁਰੂ ਦੇ ਸਾਹਮਣੇ ਬੈਠ ਤੇ ਲਿਖ ਰਾਮ ਨਾਮ ਗੋਪਾਲਾ। ਉਹ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ ਨਾ, ਉਹਦਾ ਨਾਮ ਲਿਖ ਆਪਣੇ ਹਿਰਦੇ ਤੇ, ਉਹਨੂੰ ਚੇਤੇ ਕਰ। ਤੂੰ ਤੇ ਸ਼ਬਦਾਂ ਦੇ ਵਿੱਚ ਉਲਝਿਆ ਹੋਇਆ, ਤੂੰ ਸੋਚਦਾ ਹੈ ਵੀ ਸ਼ਬਦਾਂ ਦੀ ਵਿਚਾਰ ਕਰ ਕਰਕੇ ਮੈਂ ਸਮਝ ਲੂੰਗਾ। ਸ਼ਬਦਾਂ ਦੀ ਵਿਚਾਰ ਕਰਨ ਵਾਲਾ ਮਨ ਜਿਹੜਾ ਹੈ ਨਾ, ਉਹ ਵਰਤਮਾਨ 'ਚ ਨਹੀਂ ਹੁੰਦਾ ਹੈ। ਇਹ ਥੋੜ੍ਹਾ ਜਿਹਾ ਖਿਆਲ ਵਿੱਚ ਰੱਖੋ। ਤੁਹਾਨੂੰ ਸਾਰਿਆਂ ਨੂੰ ਹੀ ਇਹਦਾ ਲਾਭ ਹੋਵੇਗਾ ਅਗਰ ਤੁਸੀਂ ਬਹੁਤ ਖਿਆਲ ਵਿੱਚ ਇਸ ਗੱਲ ਨੂੰ ਲਓਗੇ। ਤਾਂ ਜਦੋਂ ਆਪਾਂ ਕਿਸੇ ਸ਼ਬਦ ਨੂੰ ਸੁਣਦੇ ਹਾਂ ਨਾ, ਤੇ ਸੁਣ ਕੇ ਸਮਝਦੇ ਹਾਂ, ਫਿਰ ਆਪਾਂ ਸੋਚਦੇ ਹਾਂ ਵੀ ਇਹ ਸ਼ਬਦ ਨੂੰ ਜਦੋਂ ਆਪਾਂ ਸਮਝ ਲਵਾਂਗੇ ਚੰਗੀ ਤਰ੍ਹਾਂ, ਫਿਰ ਆਪਾਂ ਨੂੰ ਗਿਆਨ ਹੋ ਜਾਊਗਾ, ਪਤਾ ਲੱਗ ਜਾਊਗਾ ਤੇ ਆਪਾਂ ਉਸ ਸ਼ਬਦ ਦੀ ਵਿਚਾਰ ਵਿੱਚ ਪੈ ਜਾਂਦੇ ਹਾਂ ਵੀ ਇਹਨੂੰ ਵਿਚਾਰਾਂਗੇ ਫਿਰ ਸਮਝਾਂਗੇ। ਕਈ ਕਹਿਣਗੇ ਵੀ ਅਮਲ ਕਰਾਂਗੇ, ਅਮਲ ਵੀ ਅੱਗੇ ਜਾ ਕੇ ਹੋਊਗਾ, ਕੋਸ਼ਿਸ਼ ਕਰਾਂਗੇ। ਤੇ ਸ਼ਬਦ ਦੀ ਵਿਚਾਰਧਾਰਾ ਦੇ ਵਿੱਚ ਆਦਮੀ ਪੈ ਜਾਂਦਾ ਹੈ ਤੇ ਸੋਚਣ ਲੱਗ ਜਾਂਦਾ ਹੈ। ਤੇ ਸੋਚਣ ਵਾਲਾ ਆਦਮੀ ਜਿਹੜਾ ਹੈ ਉਹ ਵਰਤਮਾਨ 'ਚ ਨਹੀਂ ਹੁੰਦਾ, ਉਹ ਅੱਗੇ ਚਲੇ ਜਾਂਦਾ ਹੈ ਭਵਿੱਖ ਦੇ ਵਿੱਚ, ਕਿਉਂਕਿ ਸੋਚ ਵਿਚਾਰ ਅੱਗੇ ਦੀ ਹੁੰਦੀ, ਆਉਣ ਵਾਲੇ ਸਮੇਂ 'ਚ ਸਮਝਾਂਗੇ। ਤੇ ਜਿਹੜਾ ਵਿਚਾਰ ਦੇ ਤਲ 'ਤੇ ਜੀਣ ਵਾਲਾ ਆਦਮੀ ਹੈ, ਤਾਂ ਉਹ ਵਿਚਾਰ ਨੂੰ ਹੀ ਖਿਆਲ ਵਿੱਚ ਰੱਖ ਕੇ ਚੱਲਦਾ ਹੈ। ਜਿਵੇਂ ਕੋਈ ਸੁਪਨੇ ਦੇਖ ਰਿਹਾ ਹੁੰਦਾ ਹੈ, ਇੱਦਾਂ ਤੋਂ ਸ਼ਬਦਾਂ ਦੀ ਵਿਚਾਰਧਾਰਾ ਦੇ ਵਿੱਚ ਪੈ ਜਾਂਦਾ ਹੈ ਤੇ ਸੋਚ ਰਿਹਾ ਹੈ ਦਿਮਾਗ ਦੁਆਰਾ, ਬੁੱਧੀ ਦੁਆਰਾ। ਤੋਂ ਬੁੱਧੀ ਦੇ ਨਾਲ ਜੁੜ ਕੇ, ਬੁੱਧੀ ਹੈ ਸਰੀਰ ਦਾ ਅੰਗ, ਤੋਂ ਸਰੀਰ ਦੇ ਨਾਲ ਜੁੜ ਗਿਆ। ਇਸੇ ਕਰਕੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਸਮਝ ਆਉਣ ਲੱਗ ਜਾਂਦੀ ਹੈ ਨਾ, ਅਕਲ ਆਉਣ ਲੱਗ ਜਾਂਦੀ ਹੈ, ਉਹਨਾਂ ਦੇ ਅੰਦਰ ਹੰਕਾਰ ਬਹੁਤ ਹੁੰਦਾ ਹੈ ਵੀ ਦੇਖੋ ਮੈਨੂੰ ਕਿੰਨਾ ਪਤਾ ਹੈ। ਤਾਂ ਦੂਸਰਿਆਂ ਨੂੰ ਬੜਾ ਪਤਾ ਦੱਸਦੇ ਹਨ। ਕੋਈ ਨਾਮ ਹੀ ਪੁੱਛੇ ਤੇ ਉਹਨੂੰ ਵੀ ਫੜ ਕੇ ਪਤਾ ਦੱਸਣਾ ਸ਼ੁਰੂ ਕਰ ਦਿੰਦੇ ਆ ਵੀ ਮੈਨੂੰ ਤੇ ਪਤਾ ਲੱਗ ਹੀ ਗਿਆ, ਹੁਣ ਦੂਸਰਿਆਂ ਨੂੰ ਵੀ ਦੱਸਣਾ। ਤੇ ਪਤਾ ਕੁਛ ਵੀ ਨਹੀਂ ਲੱਗਾ ਹੈ, ਸ਼ਬਦਾਂ ਦੇ ਅਰਥਾਂ ਦਾ ਪਤਾ ਲੱਗਾ ਹੈ ਤੇ ਉਸ ਅਰਥਾਂ ਨੂੰ ਗਾਂਹ ਫਿਰ ਵੰਡਣੇ ਸ਼ੁਰੂ ਕਰ ਦਿੰਦਾ ਹੈ ਕੁਛ ਵੀ ਨਹੀਂ, ਸ਼ਬਦਾਂ ਦੇ ਹੀ ਅਰਥ ਹਨ ਤੋਂ ਵੀ ਬਾਹਰੋਂ ਇਕੱਠੇ ਕੀਤੇ ਹੋਏ, ਸੁਣੇ ਹੋਏ। ਤੇ ਆਦਮੀ ਇੱਕ ਵਿਚਾਰਧਾਰਾ ਦੇ ਵਿੱਚ ਪੈ ਜਾਂਦਾ ਹੈ। ਧਾਰਮਿਕ ਜਗਤ ਦੇ ਵਿੱਚ ਇਹ ਸਾਰਿਆਂ ਨੂੰ ਵੱਡੀ ਇੱਕ ਉਲਝਣ ਹੈ ਵੀ ਆਦਮੀ ਸ਼ਬਦਾਂ ਦੀ ਵਿਚਾਰਧਾਰਾ ਦੇ ਵਿੱਚ ਖੋ ਜਾਂਦਾ ਹੈ। ਜੋ ਸ਼ਬਦ ਕਹਿ ਰਹੇ ਹਨ, ਉਪਦੇਸ਼ ਦੇ ਰਹੇ ਹਨ, ਉਹਨਾਂ ਨੂੰ ਨਹੀਂ ਸਮਝਦਾ। ਉਹ ਉਪਦੇਸ਼ ਤੇ ਸਿੱਧਾ ਸਾਫ਼ ਹੈ, ਓਅੰਕਾਰ ਏਕੋ ਰਵ ਰਹਿਆ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਓਅੰਕਾਰ ਹੈ ਨਾ, ਉਹ ਇੱਕੋ ਹੀ ਹੈ, ਇਸੇ ਕਰਕੇ ਏਕਾ ਮੂਹਰੇ ਲਾਇਆ ਹੈ ਤੇ ਉਹ ਰਵ ਰਿਹਾ ਹੈ। ਉਹਨੂੰ ਜਾਣਨ ਵਾਸਤੇ ਤੁਸੀਂ ਸ਼ਬਦਾਂ ਦੇ ਵਿੱਚ ਜਾਓਗੇ, ਤੁਸੀਂ ਇੱਕ ਵਿਚਾਰਧਾਰਾ ਦੇ ਵਿੱਚ ਖੋ ਜਾਓਗੇ, ਤੁਹਾਨੂੰ ਜਾਣ ਹੀ ਨਹੀਂ ਪਾਓਗੇ। ਤੁਸੀਂ ਤੇ ਬਾਹਰ ਚਲੇ ਗਏ ਨਾ, ਤੁਸੀਂ ਤੇ ਵਰਤਮਾਨ 'ਚ ਰਹੇ ਹੀ ਨਹੀਂ, ਫਿਰ ਜਾਣੋਗੇ ਕਿਵੇਂ ਉਹਨੂੰ?
ਵਿਚਾਰਾਂ ਦੁਆਰਾ ਥੋੜ੍ਹੀ ਜਾਣੋਗੇ, ਸੋਚ ਸੋਚ ਕੇ ਥੋੜ੍ਹੀ ਜਾਣੋਗੇ, ਸਮਝ ਦੁਆਰਾ ਥੋੜ੍ਹੀ ਜਾਣੋ। ਦੇਖੋ, ਸਮਝ ਦੁਆਰਾ ਤੁਸੀਂ ਆਪਣੇ ਜੀਵਨ ਨੂੰ ਨਹੀਂ ਜਾਣ ਸਕਦੇ। ਜੀਵਨ ਕੀ ਹੈ ਇਹ ਤੁਸੀਂ ਜਾਣ ਸਕਦੇ ਹੋ ਆਪਣੇ ਆਪ? ਕਦੀ ਸੋਚਿਆ ਹੈ? ਤੁਸੀਂ ਜੀ ਰਹੇ ਹੋ, ਤੁਸੀਂ ਕਹਿੰਦੇ ਹੋ ਅਸੀਂ ਜੀ ਰਹੇ ਹਾਂ। ਜੀਵਨ ਕੀ ਹੈ ਤੁਸੀਂ ਇਹਨੂੰ ਹੀ ਨਹੀਂ ਸਮਝ ਸਕਦੇ। ਕਿਉਂ ਜੀ ਰਹੇ ਹਾਂ? ਕੀ ਮਕਸਦ ਹੈ ਸਾਡਾ? ਕੀ ਲੈਣ ਆਏ ਹਾਂ ਇੱਥੇ? ਕੀ ਇਹੋ ਹੀ ਜੀਵਨ ਹੈ ਜੋ ਤੁਸੀਂ ਜੀ ਰਹੇ ਹੋ? ਤੁਸੀਂ ਸਵਾਲ ਕਰਿਓ ਐਸੇ ਆਪਣੇ ਆਪ ਦੇ ਨਾਲ ਵੀ ਜੋ ਅਸੀਂ ਜੀ ਰਹੇ ਹਾਂ ਇਹੋ ਹੀ ਜੀਵਨ ਹੈ? ਤੇ ਤੁਸੀਂ ਜੀਵਨ ਨੂੰ ਹੀ ਨਹੀਂ ਸਮਝ ਸਕਦੇ ਹੋ। ਇੱਕ ਮਿੱਤਰ ਨੇ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਹੋਈਆਂ ਹਨ। ਤੂੰ ਜ਼ਿੰਦਗੀ ਕੋ ਜੀ ਉਸको समझने की कोशिश ना कर, चलते वक्त के साथ तू भी चल, वक्त को बदलने की कोशिश ना कर। बहुत ही प्यारियां है पंक्तियां। जीवन नू जियो, ਜੀਵਨ ਨੂੰ ਸਮਝਣੇ की कोशिश मत कर। ਸਮਝ ਨਹੀਂ ਸਕਦੇ ਤੁਸੀਂ ਜੀਵਨ ਨੂੰ ਨਹੀਂ ਸਮਝ ਸਕਦੇ ਤੇ ਪ੍ਰਮਾਤਮਾ ਨੂੰ ਕਿਵੇਂ ਸਮਝੋਗੇ? ਫਿਰ ਅੱਖਰਾਂ ਦੁਆਰਾ, ਸ਼ਬਦਾਂ ਦੁਆਰਾ। ਸ਼ਬਦਾਂ ਦੁਆਰਾ ਕਿਸ ਨੇ ਕੀ ਸਮਝਿਆ ਹੈ? ਅਜੇ ਤੱਕ ਕੁਛ ਸਮਝ ਵਿੱਚ ਆਇਆ ਹੈ ਤੁਹਾਨੂੰ? ਕੁਛ ਵੀ ਸਮਝ ਵਿੱਚ ਨਹੀਂ ਆਉਂਦਾ ਹੈ। ਸ਼ਬਦ ਸ਼ਬਦ ਹੀ ਹੈ ਤੇ ਜੀਵਨ ਨੂੰ ਨਹੀਂ ਸਮਝ ਸਕਦੇ ਤੁਸੀਂ ਜਿਹਦੇ ਨਾਲ ਜੀ ਰਹੇ ਹੋ ਹਰ ਵਕਤ। ਡਾਕਟਰ ਦੇਖੋ ਕਿੰਨੀ ਮਿਹਨਤ ਕਰਦੇ ਹਨ, ਕਿੰਨੀ ਪੜ੍ਹਾਈ ਕਰਦੇ ਹਨ, ਤੇ ਕਿਸੇ ਨੂੰ ਪੁੱਛ ਕੇ ਦੇਖੋ ਵੀ ਆਦਮੀ ਸਵਾਸਾਂ ਦੁਆਰਾ ਜੀਂਦਾ ਹੈ ਜਾਂ ਹਾਰਡ ਕੰਮ ਕਰਦਾ ਹੈ, ਧੜਕਣ ਕੰਮ ਕਰਦੀ ਹੈ ਤਾਂ ਜੀਂਦਾ। ਵੀ ਸਵਾਸਾਂ ਨਾਲ ਧੜਕਣ ਕੰਮ ਕਰਦੀ ਹੈ ਜਾਂ ਧੜਕਣ ਨਾਲ ਸਵਾਸ ਚੱਲਦੇ ਹੈ। ਜੇ ਸਵਾਸ ਬੰਦ ਹੋ ਜਾਣ ਤਾਂ ਵੀ ਧੜਕਣ ਬੰਦ ਹੋ ਜਾਂਦੀ ਹੈ, ਜੇ ਧੜਕਣ ਬੰਦ ਹੋ ਜਾਣ ਸਵਾਸ ਰੁਕ ਜਾਂਦੀ। ਤੋ ਵੀ ਕਈ ਐਸੇ ਸਵਾਲ ਹਨ ਉਹਨਾਂ ਕੋਲ ਜਵਾਬ ਨਹੀਂ ਹਨ, ਕਿਉਂਕਿ ਜਵਾਬ ਮਿਲਦੇ ਨਹੀਂ ਹਨ। ਵਾਸਤਵਿਕ ਸਵਾਲ ਹੈ ਜ਼ਿੰਦਗੀ ਦਾ, ਜੀਵਨ ਦਾ। ਜੀਵਨ ਕਿੱਥੋਂ ਚੱਲ ਰਿਹਾ ਹੈ, ਕਿਵੇਂ ਚੱਲ ਰਿਹਾ ਹੈ, ਕੌਣ ਚਲਾ ਰਿਹਾ ਹੈ? ਤੁਹਾਡੇ ਅੰਦਰ ਬੈਠ ਕੇ ਦੇਖੋ, ਤੁਹਾਨੂੰ ਸਮਝ ਵਿੱਚ ਆਉਂਦਾ ਹੈ ਕੁਛ? ਕਦੀ ਸੋਚਿਆ ਹੈ ਇਸ ਪੱਖ ਦੇ ਵਿੱਚ? ਰਾਤ ਨੂੰ ਸੁੱਤੇ ਪਏ ਹੁੰਦੇ ਹੋ, ਸਾਰਾ ਸਰੀਰ ਚੱਲਦਾ ਹੈ, ਕੌਣ ਚਲਾ ਰਿਹਾ ਹੈ? ਤੁਹਾਨੂੰ ਕੁਛ ਵੀ ਪਤਾ ਨਹੀਂ। ਜਿਹੜਾ ਚਲਾ ਰਿਹਾ ਹੈ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ। ਤੁਹਾਡੇ ਅੰਦਰ ਹੈ, ਤੁਹਾਨੂੰ ਪਤਾ ਨਹੀਂ। ਜੀਵਨ ਦਾ ਹੀ ਨਹੀਂ ਪਤਾ। तू वक्त के साथ चल, वक्त को बदलने की कोशिश मत कर। वक्त के साथ चल, हाथों में ले हाथ चल, फिर परेशानी नहीं होगी। जैसा वक्त है वैसे वक्त के साथ चलो। वक्त नूं बदलना नहीं है, बदल कोई सकता नहीं है। बहुत दावे ਕੀਤੇ ਜਾਂਦੇ ਹਨ ਵੀ ਵਕਤ ਨੂੰ ਬਦਲ ਕੇ ਰੱਖ ਦੇਵਾਂਗੇ। ਬਹੁਤ ਲੀਡਰ ਆਉਂਦੇ ਹਨ, ਵੱਡੇ ਵੱਡੇ ਵਿਦਵਾਨ ਆਉਂਦੇ ਹਨ, ਰਾਜਨੀਤਿਕ ਆਉਂਦੇ ਹਨ ਵਕਤ ਨੂੰ ਬਦਲਣ ਵਾਸਤੇ। ਨਹੀਂ, ਵਕਤ ਨਹੀਂ ਬਦਲਦਾ, ਵਕਤ ਆਪਣੀ ਚਾਲ ਦੇ ਨਾਲ ਚੱਲਦਾ ਹੈ ਤੇ ਵਕਤ ਦੇ ਨਾਲ ਤੁਸੀਂ ਚੱਲੋ, ਵਹਿੰਦੀ ਹੋਈ ਧਾਰਾ ਦੇ ਨਾਲ ਚੱਲੋ। ਹੁਣ ਜਿਹੜਾ ਵਹਿੰਦੀ ਹੋਈ ਧਾਰਾ ਦੇ ਨਾਲ ਚੱਲਦਾ ਹੈ ਨਾ, ਉਹ ਬੜਾ ਸਹਿਜ ਰਹਿੰਦਾ ਹੈ, ਸੁਖੀ ਰਹਿੰਦਾ ਹੈ। ਤੇ ਜਿਹੜਾ ਧਾਰਾ ਦੇ ਵਿੱਚ ਖੜਦਾ ਹੈ, ਜਿਵੇਂ ਨਦੀ ਚੱਲ ਰਹੀ ਹੁੰਦੀ ਹੈ ਧਾਰਾ ਥੱਲੇ ਨੂੰ, ਜਿਹੜਾ ਤੇ ਉੱਪਰ ਬੈਠ ਗਿਆ ਕਹਿੰਦਾ ਚਲੋ ਧਾਰਾ ਜਾ ਹੀ ਰਹੀ ਹੈ ਤੇ ਆਪਾਂ ਮੌਜ ਨਾਲ ਬੈਠ ਕੇ ਦੇਖਦੇ ਆ ਜੋ ਕੁਛ ਵੀ ਰੱਬ ਦਿਖਾਉਂਦਾ।
ਚੰਗੀ ਸਿਨਰੀ ਆਉਂਦੀ ਹੈ ਤਾਂ ਵੀ ਠੀਕ, ਮਾੜੀ ਆਉਂਦੀ ਹੈ ਤਾਂ ਵੀ ਠੀਕ, ਜੋ ਕੁਛ ਵੀ ਆਉਂਦਾ ਹੈ। ਨਦੀ ਦੇ ਚਾਰ ਛਪੇਰੇ ਜੋ ਘਾਟ ਹਨ, ਉੱਥੇ ਚੰਗਾ ਆ ਜਾਵੇ ਠੀਕ ਹੈ, ਮਾੜਾ ਆ ਜਾਵੇ ਤਾਂ ਵੀ ਠੀਕ। ਤੋ ਬੜੀ ਮੌਜ ਨਾਲ ਬਹਿੰਦਾ ਹੈ, ਸਵੀਕਾਰ ਕਰਦਾ ਹੈ ਜੋ ਵੀ ਰੱਬ ਦਿਖਾਉਂਦਾ ਹੈ, ਠੀਕ। ਪਰ ਕੁਛ ਕੁ ਐਸੇ ਹਨ, ਕਹਿੰਦੇ ਹਨ ਵੀ ਅਸੀਂ ਰੁਕਣਾ ਹੈ, ਆਹ ਘਾਟ ਬਹੁਤ ਵਧੀਆ, ਇੱਥੇ ਰੁਕ ਜਾਈ। ਤੋ ਰੁਕਣ ਦੀ ਕੋਸ਼ਿਸ਼ ਕਰਦੇ ਆ, ਪਰ ਰੁਕਣ ਦੀ ਕੋਸ਼ਿਸ਼ ਕਰਕੇ ਉਹ ਦੁਖੀ ਹੁੰਦੇ ਹਨ, ਕਿਉਂਕਿ ਪ੍ਰਵਾਹ ਤੇ ਚੱਲ ਹੀ ਰਿਹਾ, ਰੁਕੋਗੇ ਤੇ ਦੁਖੀ ਹੋਵੋਗੇ। ਤੇ ਕਈ ਧਾਰਾ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਉਹ ਅਗਲੇ ਸੁਪਨੇ ਦੇਖ ਰਹੇ ਹਨ, ਭਵਿੱਖ ਆਉਣ ਵਾਲੇ ਸਮੇਂ ਦੇ। ਉਹ ਧਾਰਾ ਤੋਂ ਗਾਹਾਂ ਜਾਂਦੇ ਕਈ ਕਿਲੋਮੀਟਰ, ਉਹ ਉੱਥੇ ਹੁੰਦੇ ਹੀ ਨਹੀਂ ਹਨ ਜਿੱਥੇ ਤਾਰਾ ਹੈ। ਇਸ ਕਰਕੇ ਉਹ ਦੇਖ ਹੀ ਕੁਛ ਨਹੀਂ ਪਾਉਂਦੇ, ਕਿਉਂਕਿ ਨਿਗਾਹ ਹੀ ਨਹੀਂ ਹੈ। ਜਿੱਥੇ ਤੁਸੀਂ ਹੋ ਉੱਥੇ ਨਿਗਾਹ ਹੋਊਗੀ ਤਾਂ ਹੀ ਤੁਹਾਨੂੰ ਕੁਛ ਦਿਖਾਈ ਦੇਊਗਾ। ਤੁਸੀਂ ਜੀ ਥੋੜ੍ਹੀ ਰਹੇ ਹੋ, ਜੀਵਨ ਦਾ ਪਤਾ ਤਾਂ ਹੀ ਲੱਗੂਗਾ ਜੇ ਜੀਓਗੇ ਤਾਂ। ਤੁਸੀਂ ਸੁਪਨੇ ਦੇਖ ਰਹੇ ਹੋ, ਵਿਚਾਰ ਸੁਪਨੇ ਹੀ ਹਨ। ਤੁਸੀਂ ਸੋਚ ਰਹੇ ਹੋ, ਜੀਣ ਬਾਰੇ ਸੋਚ ਰਹੇ ਹੋ ਲੋਕ ਵੀ ਜੀਵਾਂਗੇ। ਸਾਰੀ ਜ਼ਿੰਦਗੀ ਆਦਮੀ ਸੋਚਦਾ ਹੀ ਰਹਿੰਦਾ ਹੈ ਵੀ ਹੁਣ ਮੈਂ ਇੱਦਾਂ ਕਰਕੇ ਨਾ, ਇਉਂ ਕਰਕੇ ਫਿਰ ਵਧੀਆ ਜੀਊਂਗਾ, ਇਉਂ ਹੋ ਗਿਆ ਨਾ ਫਿਰ ਮਜ਼ੇ ਲਊਂਗਾ, ਇੱਦਾਂ ਹੋ ਗਿਆ, ਇਉਂ ਕਰ ਲਿਆ। ਸੋਚਦਾ ਰਹਿੰਦਾ ਆਦਮੀ, ਜੀਂਦਾ ਹੈ ਹੀ ਨਹੀਂ। ਅਤੇ ਸਾਰੀ ਜ਼ਿੰਦਗੀ ਸੋਚਦੇ ਸੋਚਦੇ ਹੀ ਮਰ ਜਾਂਦਾ, ਕਿਉਂਕਿ ਜੈਸਾ ਸੋਚਦਾ ਵੈਸਾ ਹੁੰਦਾ ਨਹੀਂ, ਅਤੇ ਜੈਸਾ ਹੁੰਦਾ ਹੈ ਵੈਸਾ ਉਹਨੂੰ ਸਵੀਕਾਰ ਨਹੀਂ। ਇਹੋ ਹੀ ਹੈ ਨਾ ਦੁਨਿਆਵੀ ਮਨੁੱਖ ਦੀ ਤਕਲੀਫ। ਦੁਨਿਆਵੀ ਆਦਮੀ ਸੋਚਦਾ ਹੈ ਜੈਸਾ, ਵੈਸਾ ਹੁੰਦਾ ਨਹੀਂ। ਜੈਸਾ ਹੁੰਦਾ ਹੈ ਵੈਸਾ ਉਹਨੂੰ ਸਵੀਕਾਰ ਨਹੀਂ। ਉਹ ਕਹਿੰਦਾ ਐਸਾ ਮੈਂ ਚਾਹੁੰਦਾ ਨਹੀਂ, ਮੇਰੇ 'ਤੇ ਵਕਤ ਮਾੜਾ ਆ ਗਿਆ, ਸਮਾਂ ਮਾੜਾ, ਟਾਈਮ ਮਾੜਾ ਆ ਗਿਆ, ਕੋਈ ਗੱਲ ਨਹੀਂ, ਬਾਈ ਦਾ ਟਾਈਮ ਅੱਗੇ ਚੰਗਾ ਆਊਗਾ। ਪਰ ਟਾਈਮ ਜੈਸਾ ਤੁਸੀਂ ਸੋਚਦੇ ਹੋ ਵੈਸਾ ਆਉਂਦਾ ਹੀ ਨਹੀਂ। ਸੋਚੋ ਨਾ, ਟਾਈਮ ਮਾੜਾ ਨਹੀਂ ਹੈ। ਟਾਈਮ ਮਾੜਾ ਹੋਵੇ ਤਾਂ ਸਾਰਿਆਂ ਵਾਸਤੇ ਹੀ ਮਾੜਾ ਹੋਵੇ, ਇੱਕ ਵਾਸਤੇ ਕਿਉਂ ਮਾੜਾ ਹੋਵੇ? ਨਹੀਂ, ਟਾਈਮ ਕਿਸੇ ਵਾਸਤੇ ਆਨੰਦਮਈ ਹੈ, ਕਿਸੇ ਵਾਸਤੇ ਮਾੜਾ ਹੈ ਨਹੀਂ। ਟਾਈਮ ਮਾੜਾ ਨਹੀਂ ਹੈ, ਵਕਤ ਮਾੜਾ ਨਹੀਂ ਹੈ, ਕਿਉਂਕਿ ਵਕਤ ਚੱਲ ਰਿਹਾ ਹੈ ਪਰਮਾਤਮਾ ਦੇ ਵਿੱਚ। ਇਹ ਸ੍ਰਿਸ਼ਟੀ ਚੱਲ ਰਹੀ ਹੈ ਪਰਮਾਤਮਾ ਦੇ ਵਿੱਚ, ਪਰਮਾਤਮਾ ਹੀ ਚਲਾ ਰਿਹਾ ਹੈ। ਅਤੇ ਉਹ ਚਲਾ ਰਿਹਾ ਹੈ ਤਾਂ ਮਾੜਾ ਇੱਥੇ ਕੁਛ ਵੀ ਨਹੀਂ ਹੈ, ਬੁਰਾ ਕੁਛ ਵੀ ਨਹੀਂ ਹੈ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇੱਦਾਂ ਹੀ ਕਿਹਾ ਹੈ ਨਾ, ਬੁਰਾ ਨਾ ਹੀ ਸਭ ਭਲਾ ਹੀ ਹੈ ਰੇ, ਏਕਾ ਏਕੀ ਨੀਤੀ। ਜਦੋਂ ਇੱਕ ਦੀ ਨੀਅਤ ਕੰਮ ਕਰ ਰਹੀ ਹੈ, ਬੁਰਾ ਹੋ ਕਿਵੇਂ ਸਕਦਾ? ਇਹ ਵੀ ਤਾਂ ਸੋਚੋ ਨਾ। ਜਦੋਂ ਪਰਮਾਤਮਾ ਹੀ ਸਭ ਕੁਛ ਕਰ ਰਿਹਾ ਹੈ, ਫਿਰ ਬੁਰਾਈ ਕਿੱਥੇ ਹੈ? ਕਿੱਥੇ ਹੈ ਬੁਰਾ? ਬੁਰਾ ਨਹੀਂ ਹੈ ਕੁਛ, ਸਭ ਠੀਕ। ਜੋ ਵੀ ਹੈ ਸਭ ਠੀਕ ਹੈ, ਜੈਸਾ ਹੋਣਾ ਚਾਹੀਦਾ ਵੈਸਾ ਹੀ ਹੈ। ਜੈਸਾ ਉਹ ਕਰ ਰਿਹਾ ਹੈ ਕਿ ਕਰ ਹੋ ਰਿਹਾ ਹੈ, ਜੋ ਕੁਛ ਕਰਨਾ ਸੋ ਕਰ ਰਿਹਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਤਾਂ ਉਹ ਕਰ ਹੀ ਰਿਹਾ ਹੈ, ਉਹਦੇ ਦੁਆਰਾ ਹੋ ਰਿਹਾ। ਟਾਈਮ ਮਾੜਾ ਨਹੀਂ, ਵਕਤ ਮਾੜਾ ਨਹੀਂ, ਜੋ ਹੈ ਠੀਕ ਹੈ, ਉਹਦੇ ਨਾਲ ਚੱਲੋ। ਵਕਤ ਤੋਂ ਅੱਗੇ ਨਾ ਜਾਓ, ਵਕਤ ਤੋਂ ਪਿੱਛੇ ਨਾ ਜਾਓ, ਪਹਿਲਾਂ ਵਕਤ ਦੇ ਵਿੱਚ ਤੇ ਠਹਿਰੋ। ਆਪਾਂ ਕਿਸੇ ਨੂੰ ਪੁੱਛਦੇ ਹਾਂ ਨਾ ਕੀ ਹਾਲ ਹੈ, ਹਾਲ ਦਾ ਮਤਲਬ ਹੁੰਦਾ ਵਰਤਮਾਨ। ਵਰਤਮਾਨ ਤੇਰਾ ਕੈਸਾ ਹੈ? ਆਪਾਂ ਇਹੋ ਕਹਿੰਦੇ ਨਾ ਕੀ ਹਾਲ ਹੈ, ਵਰਤਮਾਨ ਤੇਰਾ ਕੈਸਾ ਹੈ, ਹੁਣ ਤੂੰ ਕੈਸਾ ਹੈ? ਅਤੇ ਹਾਲ ਦੇ ਵਿੱਚ ਠਹਿਰੋ, ਹਾਲ ਦੇ ਵਿੱਚ ਹੀ ਗੱਲ ਕਰੋ। ਪਰ ਤੁਸੀਂ ਹਾਲ ਦੇ ਵਿੱਚ ਤਾਂ ਰਹਿੰਦੇ ਨਹੀਂ, ਸਦਾ ਹੀ ਬੇਹਾਲ ਰਹਿੰਦੇ ਹੋ। ਜਦੋਂ ਬੇਹਾਲ ਰਹਿੰਦੇ ਹੋ ਹਰ ਵਕਤ ਹੀ, ਤੇ ਫਿਰ ਪਰੇਸ਼ਾਨ ਤਾਂ ਹੋਵੋਗੇ ਹੀ ਨਾ। ਹਾਲ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਇਸੇ ਕਰਕੇ
ਜਦੋਂ ਆਪਾਂ ਪੁੱਛਦੇ ਨੇ ਕੀ ਹਾਲ ਹੈ, ਉਹ ਕਹਿੰਦਾ ਠੀਕ ਹੈ, ਭਾਵ ਕਿ ਹੁਣ ਤੇ ਠੀਕ ਹੀ ਹਾਂ ਨਾ। ਗੱਲ ਤੇ ਉਹ ਠੀਕ ਹੀ ਕਰ ਰਿਹਾ, ਤੇਰੇ ਸਾਹਮਣੇ ਖੜਾ ਠੀਕ ਹੈ, ਅੱਗੇ ਪਿੱਛੇ ਦਾ ਕੋਈ ਪਤਾ ਨਹੀਂ। ਤੇ ਜੈਸਾ ਵੀ ਹਾਲ ਹੈ ਵੈਸਾ ਹੀ ਸਵਾਲ ਹੈ ਤੇ ਵੈਸਾ ਹੀ ਜਵਾਬ ਹੈ। ਤੇ ਹਾਲ ਦੇ ਵਿੱਚ ਠਹਿਰੋ, ਵਰਤਮਾਨ ਦੇ ਵਿੱਚ ਠਹਿਰੋ, ਤੇ ਵਰਤਮਾਨ ਦੇ ਠਹਿਰਨ ਵਾਸਤੇ ਵਿਚਾਰੋ ਨਾ, ਸੋਚੋ ਨਾ। ਅਗਰ ਤੁਸੀਂ ਸ਼ਬਦਾਂ ਦੇ ਅਰਥ ਵੀ ਵਿਚਾਰਨ ਲੱਗ ਪਵੇ ਨਾ, ਫਿਰ ਹੀ ਤੁਸੀਂ ਅੱਗੇ ਚਲੇ ਜਾਓਗੇ ਵੀ ਵਿਚਾਰਾਂਗੇ, ਸੋਚਾਂਗੇ, ਕਰਾਂਗੇ, ਦੇਖਾਂਗੇ। ਕਈ ਇੱਦਾਂ ਹੀ ਸੋਚਦੇ ਰਹਿੰਦੇ, ਵਿਚਾਰਦੇ ਰਹਿੰਦੇ, ਨਹੀਂ। ਇਸੇ ਕਰਕੇ ਮੈਂ ਅੱਖਰੀ ਅਰਥ ਘੱਟ ਕਰਦਾ, ਭਾਵ ਅਰਥ ਜ਼ਿਆਦਾ ਕਰਦਾ, ਕਿਉਂਕਿ ਅੱਖਰਾਂ ਦੇ ਵਿੱਚ ਤੁਸੀਂ ਖੋ ਜਾਓਗੇ, ਅਰਥਾਂ ਤੋਂ ਗਾਂਹ ਅਰਥ, ਅਰਥਾਂ ਤੋਂ ਗਾਂਹ ਅਰਥ। ਹੁਣ ਓਂਕਾਰ ਦੇ ਤੁਸੀਂ ਜਿੰਨੇ ਮਰਜ਼ੀ ਅਰਥ ਕਰੀ ਜਾਓ, ਪੁਸਤਕਾਂ ਪੁਸਤਕਾਂ ਭਰ ਸਕਦੀਆਂ, ਪਰ ਅਰਥ ਨਹੀਂ ਮੁੱਕਣਗੇ। ਪੜ੍ਹੀ ਜਾਓ, ਸੁਣੀ ਜਾਓ, ਜੀਵਨ ਲੰਘ ਜੂ, ਪਰ ਭਾਵ ਜਿਹੜਾ ਹੈ ਨੇ ਇਹ ਤੁਹਾਡੀ ਪਕੜ ਵਿੱਚ ਆ ਜਾਵੇ, ਫਿਰ ਅਰਥ ਪੜ੍ਹਨ ਦੀ ਲੋੜ ਨਹੀਂ। ਜਿਵੇਂ ਇਵੇਂ ਸਮਝ ਲਓ, ਤੁਸੀਂ ਕਿਸੇ ਨੇ ਪ੍ਰੇਮ ਦੇ ਵਿੱਚ ਕੋਈ ਗੱਲ ਕਹੀ ਹੋਵੇ ਤੇ ਤੁਹਾਨੂੰ ਉਸੇ ਵੇਲੇ ਸਮਝ ਵਿੱਚ ਆ ਜਾਂਦੀ ਹੈ। ਅਗਰ ਤੁਸੀਂ ਪ੍ਰੇਮ ਦੇ ਵਿੱਚ ਹੋ, ਤੁਸੀਂ ਪੁੱਛਦੇ ਨੂੰ ਨਹੀਂ ਹੋ ਵੀ ਇਹਦਾ ਅਰਥ ਕੀ ਹੈ, ਤੁਸੀਂ ਅਰਥ ਨਹੀਂ ਪੁੱਛਦੇ ਹੋ। ਪ੍ਰੇਮ ਦੇ ਵਿੱਚ ਤੁਸੀਂ ਜੋ ਛੋਟੀ ਜਿਹੀ ਵੀ ਗੱਲ ਕਹਿ ਦਿਓ ਤੇ ਅਗਲਾ ਸਮਝ ਜਾਂਦਾ ਹੈ, ਕਿਉਂਕਿ ਉਹ ਵੀ ਪ੍ਰੇਮ ਦੇ ਵਿੱਚ ਹੈ ਨਾ, ਪ੍ਰੇਮ ਦੀ ਭਾਸ਼ਾ ਪ੍ਰੇਮੀ ਸਮਝਦਾ ਹੀ। ਇੱਦਾਂ ਹੀ ਭਾਵ ਅਰਥ ਜਿਹੜੇ ਹਨ ਉਹ ਤੁਸੀਂ ਗਹਿਰੇ ਭਾਵ ਦੇ ਵਿੱਚ ਉਸੇ ਵੇਲੇ ਸਮਝੋਗੇ ਜਦੋਂ ਵਿਚਾਰ ਨਹੀਂ ਕਰ ਰਹੇ ਹੋ। ਅਗਰ ਤੁਸੀਂ ਸੁਣਦੇ ਵਕਤ ਵੀ ਸੋਚ ਰਹੇ ਹੋ, ਫਿਰ ਤਾਂ ਤੁਸੀਂ ਵਿਚਾਰਾਂ 'ਚ ਹੀ ਉਲਝੇ ਹੋ, ਫਿਰ ਤੇ ਵਿਚਾਰਾਂ 'ਚ ਹੀ ਉਲਝੇ ਹੋ ਨਾ, ਫਿਰ ਤੇ ਵਿਚਾਰ ਹੀ ਕਰੋਗੇ, ਸੋਚੀ ਜਾਓਗੇ। ਅਗਰ ਤੁਸੀਂ ਭਾਵਨਾ ਨਾਲ ਸੁਣੋਗੇ ਤੇ ਇਸ ਭਾਵ ਨੂੰ ਤੁਸੀਂ ਉਸੇ ਵੇਲੇ ਹੀ ਸਮਝ ਆਓਗੇ ਤੇ ਇਹਨਾਂ ਨੇ ਆ ਕਿਹਾ ਹੈ ਤਾਂ ਤੁਹਾਡੇ ਖਿਆਲ ਵਿੱਚ ਆ ਜਾਊਗਾ ਤੇ ਉਧਰ ਨੂੰ ਤੁਸੀਂ ਚੱਲ ਪਵੋਗੇ, ਤੁਹਾਡਾ ਜੀਵਨ ਪ੍ਰਵਾਹਿਤ ਹੋਣ ਲੱਗ ਜੂਗਾ, ਕਿਉਂਕਿ ਭਾਵ ਉਸੇ ਵੇਲੇ ਗਹਿਰਾ ਚਲੇ ਜਾਂਦਾ ਹੈ, ਰੋਏ ਰੋਏ 'ਚ ਉਤਰ ਜਾਂਦਾ ਹੈ ਤੇ ਜੀਵਨ ਪ੍ਰਭਾਵਿਤ ਹੋ ਜਾਂਦਾ। ਤੇ ਭਾਵਨਾ ਦੇ ਨਾਲ ਤੁਸੀਂ ਭਾਵ ਨੂੰ ਸਮਝੋ। ਭਾਵ ਇਹੋ ਹੀ ਹੈ ਕਿ ਪਰਮਾਤਮਾ ਇੱਕ ਹੈ ਤੇ ਇਹ ਜਿਹੜਾ ਪਸਾਰਾ ਹੈ ਨਾ ਬਾਹਰ, ਸਾਰਾ ਕੁਛ ਇਹ ਉਹਦੇ ਤੋਂ ਹੀ ਹੈ ਤੇ ਉਹਦੇ ਤੋਂ ਹੀ ਚੱਲ ਰਿਹਾ ਹੈ। ਤੇ ਇਹਦੀ ਵਿਚਾਰ ਨਾ ਕਰੋ ਬਹੁਤੀ, ਵਿਚਾਰ ਕਰਕੇ ਕੁਛ ਨਹੀਂ ਸਮਝ ਸਕਦੇ, ਨਾ ਹੀ ਕੋਈ ਸਮਝ ਸਕਿਆ ਹੈ। ਤੇ ਸਮਝਣ ਦੀ ਕੋਸ਼ਿਸ਼ ਨਾ ਕਰੋ, ਜੀਓ ਜੀਵਨ, ਸਮਝੋ ਨਾ।